ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਸੋਰਠ ਮਹਲਾ ਪੰਜਵਾਂ। ਕਰ ਪਹਿਲਾ ਤੇ ਤੁਕੇ ਕਿਸ ਹਉ ਜਾਚੀ ਕਿਸ ਆਰਾਧੀ। ਜਾ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ। ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ। ਸਭ ਸੁਖ ਨਵ ਨਿਧ ਦੇਸੀ ਹਰਿ ਜੀਉ ਤੇਰੇ ਦਾਤੇ ਰਾਜਾਂ। ਮਾਨਸ ਬਪੜਾ ਕਿਆ ਸਲਾਹੀ ਕਿਆ ਤਿਸ ਕਾ ਮੁਹਤਾਜਾ। ਰਹਾਉ ਜਿਨ ਹਰਿ ਧਿਆਇਆ ਸਭ ਕਿਛ ਤਿਸ ਕਾ। ਤਿਸ ਕੀ ਭੂਖ ਗਵਾਈ। ਐਸਾ ਤਨ ਦਿਆ ਸੁਖ ਦਾਤਾ ਨਿਖੁਟ ਨ ਕਬਹਿ ਜਾਈ। ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ। ਮਨ ਨਾਮ ਜਪ ਨਾਮ ਆਰਾਧ ਅਣ ਦਿਨ ਨਾਮ ਵਖਾਣੀ। ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ। ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ। ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ। ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ। ਰਾਖ ਲਿਹੋ ਨਾਨਕ ਜਾਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ। ਰਾਖ ਲਿਹੋ ਨਾਨਕ ਜਾਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ। ਆਓ ਗੁਰੂ ਦੇ ਪਾਸ ਗੁਰੂ ਦੇ ਕੋਲ ਅਸੀਂ ਵੀ ਇੱਕ ਬੱਚੇ ਦੀ ਤਰ੍ਹਾਂ ਇੱਕ ਨਿਆਣੇ ਇੱਕ ਪੁੱਤਰ ਦੀ ਤਰ੍ਹਾਂ ਜੇ ਅਰਦਾਸ ਕਰਾਂਗੇ ਇੱਕੋ ਇੱਕ ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਆਪਣਾ ਬਾਪ ਪਿਓ ਮੰਨ ਕੇ ਉਸ ਦੀ ਗੋਦ ਵਿੱਚ ਬੈਠਾਂਗੇ ਤਾਂ ਉਹ ਵੀ ਸਾਡੇ 'ਤੇ ਫਿਰ ਕਿਰਪਾ ਕਰੇਗਾ। ਨਿਰਭਰ ਸਾਡੇ 'ਤੇ ਕਰਦਾ ਹੈ ਕਿ ਅਸੀਂ ਧੀਆਂ ਪੁੱਤਰ ਬਣਨੇ ਕਿਹਦਾ ਹੈ। ਅਤੇ ਜੇ ਸਿਰਫ ਅਤੇ ਸਿਰਫ ਇੱਕ ਗੁਰੂ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਹੋਵਾਂਗੇ ਨਾ ਤਾਂ ਮੇਰ ਵੀ ਇਹਦੀ ਤਾਂ ਹੀ ਹੋ ਸਕਦੀ ਹੈ। ਅਤੇ ਜੇ ਪੁੱਤ ਕਪੁੱਤ ਬਣ ਜਾਵੇ ਮਾਂ ਪਿਤਾ ਦੀਆਂ ਖੁਸ਼ੀਆਂ ਕਦੇ ਵੀ ਨਹੀਂ ਉਹ ਲੈ ਸਕਦਾ। ਉਹ ਨਿਰੰਕਾਰ ਜਿਹੜਾ ਸਾਂਝਾ ਹੈ ਸਾਰਿਆਂ ਦਾ ਬਾਪ ਆ,
ਜੇ ਕਦੇ ਉਹਨੂੰ ਪਿਓ ਮੰਨਿਆ ਹੋਵੇ ਨਾ ਤਾਂ ਉਹ ਵੀ ਸਾਡੇ ਪੁੱਤਾਂ ਵਾਲੀ ਪਰਵਰਿਸ਼ ਕਰੇਗਾ ਜ਼ਰੂਰ, ਪੁੱਤਾਂ ਦੀ ਤਰ੍ਹਾਂ ਰੱਖੇਗਾ। ਅਤੇ ਜਦੋਂ ਮਾਂ ਬਾਪ ਸਹਾਈ ਹੋ ਜਾਣ, ਦੁਨੀਆ ਦੀ ਕੋਈ ਤਾਕਤ ਨਹੀਂ ਬੰਦੇ ਨੂੰ ਹਰਾਉਣ ਵਾਲੀ। ਸਤਿਗੁਰੂ ਰਹਿਮਤ ਕਰਨ। ਆਓ ਚੰਦ ਘੜੀਆਂ ਸਤਿਗੁਰਾਂ ਜੀ ਦੀ ਪਾਵਨ ਗੁਰਬਾਣੀ ਦੇ ਨਾਲ ਜੁੜ ਕੇ ਗੁਰਮਤ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਇਹ 3 ਤੁਕਾਂ ਵਾਲਾ ਜਿਹੜਾ ਸ਼ਬਦ ਆਪਾਂ ਨੇ ਪੜ੍ਹਿਆ ਹੈ, ਹੁਣ ਇਹਦਾ ਸਿਰਲੇਖ ਜਿਹੜਾ ਹੈ ਸੋਰਠ ਮਹੱਲਾ 5ਵਾਂ ਘਰ ਪਹਿਲਾ, ਮਤਲਬ ਸੋਰਠ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਜੀ ਦਾ ਸ਼ਬਦ ਆ। ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਗੁਰਦੇਵ ਨੇ ਕੀਤੀ ਹੈ। ਇਹ ਜਿਹੜੇ ਵੀਰ ਕੀਰਤਨ ਰਾਗ ਜਾਣਦੇ ਨੇ, ਉਹਦੇ ਘਰ ਹੁੰਦੇ ਨੇ, ਉਹਦੇ 'ਚ ਗਾਉਣਾ ਹੁੰਦਾ। ਅਤੇ ਅੱਗੇ 'ਤੇ ਤੁੱਕੇ ਲਫ਼ਜ਼ ਗੁਰਦੇਵ ਨੇ ਲਿਖਿਆ। 'ਤੇ ਤੁੱਕੇ ਮਤਲਬ 3 ਤੁਕਾਂ ਵਾਲਾ। ਹੁਣ ਜਿਹੜੇ ਵੀਰ ਭੈਣਾਂ ਪਾਠ ਕਰਦੇ ਉਹਨਾਂ ਨੂੰ ਸੌਖਿਆਂ ਸਮਝ ਆਉਣੀ ਹੈ ਵੀ ਹਰੇਕ ਸ਼ਬਦ ਦੇ ਵਿੱਚ ਵੈਸੇ ਇੱਕ ਬੰਦ ਪੂਰਾ ਕਰਨ ਦੇ ਲਈ 2 ਪੰਗਤੀਆਂ ਹੁੰਦੀਆਂ ਨੇ ਜਾਂ 4 ਵੀ ਹੋ ਜਾਂਦੇ ਨੇ। ਇੱਥੇ ਆਈਆਂ ਨੇ 3 'ਤੇ ਤੁਕੇ, 3 ਤੁਕਾਂ ਵਾਲਾ ਬੰਦ। 3 ਤੁਕਾਂ ਵਾਲੇ ਬੰਦ ਦਾ ਸ਼ਬਦ ਆਏ ਅਤੇ ਹਰੇਕ ਬੰਦ 3 ਤੁਕਾਂ ਦਾ ਹੈ। ਅਤੇ ਆਓ ਆਪਾਂ ਪਾਵਨ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਸੰਗਤਾਂ ਜੁੜ ਮਿਲ ਬੈਠੀਆਂ ਨੇ ਲਵਾਓ ਹਾਜ਼ਰੀ। ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵੱਡਾ ਭੁਲੇਖਾ ਗੁਰਦੇਵ ਨੇ ਸਾਡਾ ਦੂਰ ਕੀਤਾ, ਕਿਉਂਕਿ ਬੰਦੇ ਨੂੰ ਪਤਾ ਹੈ ਵੀ ਉਹ ਜਿਹੜਾ ਪ੍ਰਮਾਤਮਾ ਉਹਦੇ ਘਰ ਦੇ ਵਿੱਚ ਕੋਈ ਤੋਟ ਨਹੀਂ ਹੈ। ਦਦਾ ਦਾਤਾ ਇੱਕ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ ਗਣਤ ਭਰੇ ਭੰਡਾਰ। ਕੋਈ ਤੋਟ ਨਹੀਂ ਹੈ। ਹੁਣ ਇੱਥੇ ਗੁਰਦੇਵ ਜੀ ਨੇ ਜਿਹੜੀ ਗੱਲ ਆਖੀ ਹੈ, ਕਹਿੰਦੇ ਹਰ ਜੀਓ, ਹਰ ਜੀਓ, ਹੇ ਪ੍ਰਭੂ ਜੀ, ਹੇ ਹਰੀ ਜੀ, ਤੇਰੀ ਦਾਤੀ ਰਾਜਾਂ। ਦਾਤੀ ਤੱਤੇ ਬਿਹਾਰੀ ਉੱਪਰ ਬਿੰਦੀ ਲੱਗਣੀ ਹੈ, ਦਾਤੀ ਬਹੁਵਚਨ ਦੇ ਵਿੱਚ, ਭਾਵ ਕਿ ਦਾਤਾਂ ਰਾਜਾਂ, ਜੱਜੇ ਨੂੰ ਕਰਨਾ ਉੱਪਰ ਬਿੰਦੀ, ਰਾਜਾਂ, ਮੈਂ ਰੱਜਾਂ। ਕਹਿੰਦੇ ਹੇ ਪ੍ਰਮਾਤਮਾ ਜੀ, ਮੈਂ ਤੇਰੀਆਂ ਦਾਤਾਂ ਦੇ ਨਾਲ ਰੱਜ ਸਕਦਾ ਹਾਂ, ਤੇਰੀਆਂ ਦਿੱਤੀਆਂ ਦਾਤਾਂ ਦੇ ਨਾਲ ਮੈਂ ਰੱਜ ਸਕਦਾ ਹਾਂ। ਹੁਣ ਇੱਥੇ ਇੱਕ ਗੱਲ ਨੂੰ ਸਮਝਿਓ ਗੌਰ ਨਾਲ। ਜਦੋਂ ਅਸੀਂ ਮਨੁੱਖੀ ਸੁਭਾਅ ਪਾਲਾਂਗੇ, ਦੁਨੀਆ ਦੇ ਤੌਰ ਤਰੀਕੇ ਦੇ ਨਾਲ ਚੱਲਾਂਗੇ, ਤਾਂ ਇਹ ਜਿਹੜੀ ਦਾਤਾਂ ਵਾਲੀ ਭੁੱਖ ਆ ਕਦੇ ਵੀ ਮਿਟ ਨਹੀਂ ਸਕਦੀ। ਇੱਥੇ ਜਿਹੜਾ ਪਾਵਨ ਉਪਦੇਸ਼ ਆ ਨਾ, ਇਹਨੂੰ ਬੁੱਝਣਾ ਪੈਣਾ, ਸਮਝਣਾ ਪੈਣਾ ਵੀ ਤੇਰੀਆਂ ਦਾਤਾਂ ਦੇ ਨਾਲ ਮੈਂ ਰੱਜ ਸਕਦਾ ਹਾਂ। ਦਿੱਤਾ ਬਹੁਤ ਕੁਛ ਹੈ ਤੇਰਾ, ਪਰ ਮੈਨੂੰ ਰੱਜਣ ਦਾ ਸਲੀਕਾ ਨਹੀਂ ਆਇਆ ਵੀ ਰੱਜਣਾ ਕਿਵੇਂ ਹੁੰਦਾ ਹੈ। ਰੱਜਣ ਦਾ ਸਲੀਕਾ। ਜਦੋਂ ਅਸੀਂ ਗੁਰੂ ਕੋਲ ਬੇਨਤੀ ਕਰਦੇ ਹਾਂ ਨਾ ਕਿ ਵੀ ਸਤਿਗੁਰੂ ਸਾਨੂੰ ਆਹ ਦਈ, ਆਹ ਦਈ, ਆਹ ਦਈ, ਠੀਕ ਹੈ ਵੀ ਦੇ ਰਿਹਾ ਪਰਮਾਤਮਾ, ਉਹ ਬਿਨਾਂ ਮੰਗਿਆਂ ਤੋਂ ਵੀ ਦੇ ਰਿਹਾ। ਪਰ ਆਪਾਂ ਬਹੁਤ ਵਾਰ ਇਹ ਗੱਲ ਵਿਚਾਰੀ ਹੈ ਵੀ ਜਿਹੜੀ ਦਾਤ ਅਸੀਂ ਮੰਗਣੀ ਹੁੰਦੀ ਹੈ ਉਹ ਸਾਨੂੰ ਮੰਗਣੀ ਨਹੀਂ ਆਈ। ਜੇ ਕਿਤੇ ਸਾਡੀ ਅਰਦਾਸ ਇਹ ਹੁੰਦੀ ਵੀ ਸਤਿਗੁਰੂ ਹੁਣ ਤੱਕ ਜਿਹੜਾ ਕੁਛ ਦਿੱਤਾ ਏ, ਮੇਰੀ ਤਾਂ ਲਾਲਸਾ ਘਟਦੀ ਨਹੀਂ ਸਗੋਂ ਵੱਧਦੀ ਜਾਂਦੀ ਹੈ। ਇਸ ਲਾਲਸਾ ਨੇ, ਇਸ ਲਾਲਚ ਨੇ, ਮਾਇਆ ਦੇ ਮੋਹ ਨੇ ਤੇਰਾ ਧਿਆਨ ਹੀ ਵਿਸਾਰ ਦਿੱਤਾ। ਮੈਨੂੰ ਟਾਈਮ ਹੀ ਨਹੀਂ ਲੱਗ ਰਿਹਾ ਤੇਰੇ ਕੋਲ ਆਉਣ ਦਾ।
ਨਾ ਬਾਣੀ ਪੜ੍ਹਨ ਦਾ, ਨਾ ਰੱਬ ਯਾਦ ਕਰਨ ਦਾ, ਲਾਲਸਾ ਹੀ ਨਹੀਂ ਵਧੀ ਹੋਈ ਹੈ। ਕੰਮ ਕਰਨਾ ਮਾੜਾ ਨਹੀਂ ਹੈ, ਪਰ ਗੱਲ ਜਿਹੜੀ ਕਰ ਰਹੇ ਉਹਨੂੰ ਸਮਝਿਓ ਵੀ ਤੇਰੇ ਨੂੰ ਆਰਾਧਨ ਦਾ ਮੇਰੇ ਕੋਲ ਟਾਈਮ ਹੀ ਨਹੀਂ ਰਿਹਾ, ਮਾਇਆ ਦਾ ਮੋਹ ਹੀ ਇੰਨਾ ਪੈ ਚੁੱਕਾ ਹੈ ਮੈਨੂੰ। ਸਤਿਗੁਰੂ ਹੁਣ ਤੱਕ ਜੋ ਦਿੱਤਾ ਹੈ ਨਾ, ਬਸ ਕਿਰਪਾ ਕਰ ਮੈਂ ਇਹਦੇ 'ਚ ਰੱਜ ਜਾਵਾਂ, ਆਹ ਕਿਰਪਾ ਕਰ, ਰੱਜ ਜਾਵਾਂ। ਹੁਣ ਇਹ ਤਾਂ ਨਹੀਂ ਵੀ ਗੁਰਦੁਆਰੇ ਹੋ ਜਾਂ ਗੁਰੂ ਦੇ ਦਰ ਤੋਂ ਕੋਈ ਇਹੋ ਜਿਹੀ ਚੀਜ਼ ਮਿਲ ਜਾਣੀ ਵੀ ਜਿਹਦੇ ਨਾਲ ਭੁੱਖ ਹੀ ਨਹੀਂ ਦੁਬਾਰੇ ਲੱਗਣੀ, ਵੀ ਬੰਦਾ ਹੁਣ ਰੱਜ ਗਿਆ ਜੀ, ਰੋਟੀ ਛੱਡ ਦਿੱਤੀ ਇਹਨੇ ਹੁਣ ਖਾਣੀ। ਹੋ ਸਕਦਾ ਕਦੇ, ਕਿਉਂਕਿ ਬੰਦਾ ਖਾਣ ਪੀਣ ਦੇ ਸਹਾਰੇ ਹੀ ਜਿਉਂਦਾ, ਸਰੀਰ ਚੱਲਦਾ ਹੀ ਫੇਰ ਆ, ਤੇ ਖਾਏਗਾ ਪੀਏਗਾ ਚੰਗਾ। ਰੱਜਣ ਦਾ ਮਤਲਬ ਹੈ ਨਾ, ਜਿਹੜਾ ਰੱਜਣ ਦਾ ਮਤਲਬ ਹੈ ਜਾਂ ਤ੍ਰਿਪਤ ਹੋਣ ਦਾ ਮਤਲਬ ਢਿੱਡ ਦੇ ਨਾਲ ਸੰਬੰਧਿਤ ਨਹੀਂ ਹੈ, ਵੀ ਢਿੱਡ ਦੀ ਭੁੱਖ ਮਿਟ ਗਈ ਵੀ ਰੱਜ ਗਿਆ ਬੰਦਾ। ਢਿੱਡੋਂ ਕੀ ਪਤਾ ਰੋਟੀ ਖਾ ਕੇ ਰੱਜ ਜਾਵੇ, ਪਰ ਨੀਤ ਇਹ ਕਿਵੇਂ ਰੱਜੇਗੀ? ਇਹ ਤਾਂ ਨਹੀਂ ਨਾ ਰੱਜਣ ਵਾਲੀ। ਘਰ ਦੇ ਵਿੱਚ ਬਹੁਤ ਕੁਛ ਪਿਆ ਹੈ, ਬੜਾ ਕੁਛ ਹੈ ਬੰਦੇ ਕੋਲ, ਇੱਕ ਵਾਰ ਰੋਟੀ ਖਾ ਲਈਏ ਥੋੜ੍ਹੀ ਹੈ ਵੀ ਬੰਦਾ ਬਾਕੀ ਚੀਜ਼ਾਂ ਸੁੱਟ ਹੀ ਜਾਂਦਾ ਵੀ ਘਰੋਂ ਬਾਹਰ ਘਰੋਂ ਤਾਂ ਮੈਂ ਰੱਜ ਗਿਆ, ਕਦੇ ਵੀ ਨਹੀਂ ਹੁੰਦਾ, ਉਹ ਚੱਲਦਾ ਹੀ। ਪਰ ਢਿੱਡ ਭਰ ਕੇ ਵੀ ਜੇ ਬੰਦੇ ਦੀ ਨੀਤ ਨਹੀਂ ਨਾ ਰੱਜ ਰਹੀ, ਇਹ ਅਸਲ ਭੁੱਖ ਹੈ। ਭੁੱਖ ਸਾਡੇ ਮਨ ਦੀ ਹੈ। ਜਿਹੜਾ ਸਰੀਰ ਹੈ ਨਾ ਹਮੇਸ਼ਾ ਲੋੜ ਮੁਤਾਬਕ ਲੈਂਦਾ ਹੈ, ਢਿੱਡ ਨੇ ਲੋੜ ਮੁਤਾਬਕ ਲੈਣਾ, ਪਰ ਆਹ ਮਨ ਹੈ ਨਾ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਲੋੜ ਕਿੰਨੀ ਹੈ, ਇਹਨੂੰ ਪਤਾ ਹੀ ਨਹੀਂ ਲੱਗਦਾ। ਤੇ ਇੱਥੇ ਸਤਿਗੁਰੂ ਕਹਿੰਦੇ ਹਰ ਜੀਓ ਤੇਰੀ ਦਾਤੀ ਰਾਜਾਂ, ਤੇਰੀਆਂ ਦਾਤਾਂ ਦੇ ਨਾਲ ਮੈਂ ਰੱਜ ਸਕਦਾ, ਤੇਰੀਆਂ ਦਾਤਾਂ ਦੇ ਨਾਲ। ਹੁਣ ਪਹਿਲਾਂ ਵੀ ਤਾਂ ਦਿੱਤੀਆਂ ਹੋਈਆਂ ਦਾਤਾਂ ਉਹਦੀਆਂ ਨੇ, ਸਾਹ ਵੀ ਉਹਦੇ ਦਿੱਤੇ ਹੋਏ ਨੇ। ਕਦੇ ਬੰਦੇ ਨੇ ਤਾਂ ਨਹੀਂ ਕਿਹਾ ਵੀ ਹੁਣ ਮੈਂ ਬਹੁਤ ਸਾਹ ਲੈ ਚੁੱਕਿਆ ਜੀ, ਹੁਣ ਬਸ ਲੋੜ ਨਹੀਂ ਹੈ ਅੱਗੇ। ਆਹ ਹੱਥਾਂ ਤੋਂ ਮੈਂ ਕੰਮ ਕਰ ਲਿਆ, ਮੈਨੂੰ ਇਹਦੀ ਲੋੜ ਨਹੀਂ ਹੈ। ਆਹ ਪੈਰਾਂ ਤੋਂ ਬਹੁਤ ਤੁਰ ਫਿਰ ਲਿਆ, ਹੁਣ ਮੈਨੂੰ ਇਹਦੀ ਲੋੜ ਨਹੀਂ ਹੈ। ਅੱਖਾਂ ਦੇ ਨਾਲ ਬਹੁਤ ਦੇਖ ਲਿਆ, ਇਹਦੀ ਲੋੜ ਨਹੀਂ। ਗੱਲ ਇੱਥੇ ਇਹ ਨਹੀਂ ਚੱਲ ਰਹੀ, ਗੱਲ ਇੱਥੇ ਚੱਲ ਰਹੀ ਹੈ ਗੁਣਾਂ ਦੀ। ਪਰਮਾਤਮਾ ਦਾਤਾਂ ਦਿੰਦਾ ਕਿਹੜੀਆਂ ਨੇ? ਸਤਿਗੁਰੂ ਦਿੱਤਾ ਬਹੁਤ ਕੁਛ ਆ, ਮੈਂ ਇਹਨਾਂ ਚੀਜ਼ਾਂ 'ਚ ਰੱਜ ਜਾਵਾਂ, ਮੈਨੂੰ ਸੰਤੋਖ ਦੀ ਦਾਤ ਦੇ ਦੇ। ਸੁਖਮਣੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਨਾ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਗੁਰੂ ਸਾਹਿਬ ਜੀ ਕਹਿੰਦੇ ਸੰਤੋਖ ਤੋਂ ਬਿਨਾਂ ਕੋਈ ਰੱਜ ਹੀ ਨਹੀਂ ਸਕਦਾ। ਜਦੋਂ ਸੰਤੋਖ ਆ ਗਿਆ ਨਾ, ਫਿਰ ਬੰਦੇ ਨੇ ਕਹਿਣਾ ਮੈਂ ਰੱਜ ਗਿਆ ਭਾਈ, ਬਹੁਤ ਆ ਜਿੰਨਾ ਦਿੱਤਾ ਹੈ ਦਾਤੇ ਨੇ। ਤੇ ਜੇ ਸੰਤੋਖ ਦਾ ਬੰਨਾ ਨਹੀਂ ਹੈ, ਜੇ ਸੰਤੋਖ ਨਹੀਂ ਹੈ, ਬੰਦਾ ਰੱਜ ਹੀ ਨਹੀਂ ਸਕਦਾ। ਜਿੰਨਾ ਮਰਜ਼ੀ ਖਾਈ ਜਾਵੇ, ਭਾਵੇਂ ਕੁਛ ਮਰਜ਼ੀ ਲੁੱਟ ਕੇ ਖਾ, ਭਾਵੇਂ ਦੇਸ਼ ਹੀ ਲੁੱਟ ਕੇ ਕਿਉਂ ਨਾ ਖਾ ਲਵੇ, ਨੀਤ ਥੋੜ੍ਹੀ ਭਰਦੀ ਹੈ ਬੰਦੇ ਦੀ, ਨੀਤ ਨਹੀਂ ਨਾ ਭਰਦੀ। ਜਿੱਥੋਂ ਤੱਕ ਮਰਜ਼ੀ ਵਧਾ ਲਓ ਇਹਨੂੰ, ਅੱਗ ਨੂੰ, ਮਨ ਦੀ ਭੁੱਖ ਨੂੰ। ਹਰ ਜੀਓ ਤੇਰੀ ਦਾਤੀ ਰਾਜਾਂ, ਤੇਰੀਆਂ ਦਾਤਾਂ ਦੇ ਨਾਲ ਰੱਜਣਾ। ਅਤੇ ਇਹਨਾਂ ਦਾਤਾਂ ਦੇ ਵਿੱਚੋਂ ਜਿੱਥੇ ਦਾਤਾ ਹੁਣ ਬਹੁਤ ਕੁਛ ਦੇ ਚੁੱਕਾ, ਇਹਦੇ ਨਾਲ ਮੈਨੂੰ ਤੇਰਾ ਨਾਮ ਵੀ ਬਖਸ਼, ਮੈਨੂੰ ਸੰਤੋਖ ਵੀ ਦੇ, ਤਾਂ ਜੋ ਮੈਂ ਰੱਜ ਜਾਵਾਂ, ਤਾਂ ਜੋ ਮੈਂ ਰੱਜ ਜਾਵਾਂ। ਪਰ ਹੇ ਸਤਿਗੁਰੂ, ਜਦੋਂ ਸੰਤੋਖ ਨਹੀਂ ਨਾ ਮੇਰੇ ਕੋਲ, ਆਹ ਭੁੱਖ ਪਤਾ ਨਹੀਂ ਮੈਥੋਂ ਕੀ ਕੁਛ ਕਰਾ ਦਿੰਦੀ ਹੈ। ਆ ਮਨ ਦੀ ਭੁੱਖ ਹੈ ਨਾ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੈਨੂੰ ਸੁੱਟਦੀ ਹੈ ਲਿਜਾ ਕੇ। ਆ ਮਨ ਦੀ ਭੁੱਖ, ਤੇਰੇ ਦਰ ਨੂੰ ਛੱਡ ਕੇ ਪਤਾ ਨਹੀਂ ਮੈਂ ਹੋਰ ਕਿੱਥੇ ਕੁਛ ਜਾਣਾ ਆ। ਤੇਰੀ ਰਜ਼ਾ ਤੋਂ ਬਾਹਰ ਹੋ ਕੇ ਪਤਾ ਨਹੀਂ ਆ ਮਨ ਦੀ ਭੁੱਖ ਮੈਨੂੰ ਕਿੱਥੇ ਕਿੱਥੇ ਲੈ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਹੁੰਦਾ ਕਿ ਨਹੀਂ? ਸਾਡੇ ਆ ਮਨ ਦੀ ਭੁੱਖ ਪਤਾ ਨਹੀਂ ਬੰਦੇ ਨੂੰ ਕਿੱਥੇ ਕਿੱਥੇ ਤੱਕ ਲੈ ਜਾਂਦੀ ਆ। ਗਰਕ ਜਾਂਦਾ ਹੈ ਬੰਦਾ ਆ ਮਨ ਦੇ ਪਿੱਛੇ ਲੱਗ ਕੇ, ਕੰਗਾਲ ਕਰ ਦਿੰਦੀ ਹੈ ਮਨ ਦੀ ਭੁੱਖ। ਪਰ ਇਹ ਰੱਜਦਾ ਨਹੀਂ ਹੈ ਮਨ ਕਦੇ ਵੀ, ਕਦੇ ਵੀ। ਜੇ ਕਿਤੇ ਇੱਕ ਨਿਰੰਕਾਰ ਦੇ ਨਾਲ ਸਾਡੀ ਪ੍ਰੀਤ ਬਣੀ ਹੋਵੇ ਤਾਂ ਰੱਜ ਇੱਥੋਂ ਹੀ ਆ ਜਾਂਦਾ ਸੀ, ਇੱਥੋਂ ਹੀ ਰਾਜ, ਇੱਥੋਂ ਆ ਜਾਣਾ ਸੀ। ਤੇ ਸਤਿਗੁਰੂ ਕਹਿੰਦੇ ਇੱਥੋਂ ਸੰਤੋਖ ਦੀ ਦਾਤ ਮੰਗਿਆ ਕਰ, ਵੀ ਸਤਿਗੁਰੂ ਸੰਤੋਖ ਦੇ ਦੇ। ਦਰ ਦਰ 'ਤੇ ਭਟਕਾ ਹੀ ਨਾ ਮੈਂ, ਕਾਹਨੂੰ ਕੁੱਤੇ ਵਾਲੀ ਬਿਰਤੀ ਬਣਾਉਣੀ ਆ ਮੈਂ, ਕਾਹਨੂੰ ਲਾਲਚੀ ਹੋਣਾ, ਲੋਭੀ ਕਾਹਨੂੰ ਹੋਣਾ, ਬਸ ਮੈਨੂੰ ਸੰਤੋਖ ਦੇ। ਆਹ ਜਿੱਦਣ ਸਾਨੂੰ ਅਰਦਾਸ ਕਰਨੀ ਆ ਗਈ ਨਾ ਇੱਥੇ ਦਰ ਤੋਂ, ਆਹ ਦਾਤ ਮੰਗਣੀ ਆ ਗਈ ਸਾਨੂੰ, ਵੀ ਸਤਿਗੁਰੂ ਭੁੱਖਾਂ ਮਿਟਾ ਹੀ ਦੇ ਮੇਰੇ ਮਨ ਦੀਆਂ।
ਭੁੱਖਾਂ ਖਤਮ ਕਰਦੇ ਮਨ ਦੀਆਂ। ਤੂੰ ਤਾਂ ਬਿਨਾਂ ਮੰਗਿਆਂ ਤੋਂ ਵੀ ਦੇ ਰਿਹਾ ਹੈ, ਪਰ ਜਿਹੜੇ ਮੈਂ ਮਾਇਆ ਵਾਲੇ ਬੋਲ ਬੋਲਦਾ ਨਾ ਇੱਥੇ ਆ ਕੇ ਲੋਕਾਂ ਦੇ ਹਿਸਾਬ ਦੇ ਨਾਲ, ਉਹ ਬੰਦ ਕਰਾ ਦੇ ਮੇਰੇ। ਆਹ ਅਰਦਾਸ ਜਿੱਦਣ ਕਰਨੀ ਆ ਗਈ ਨਾ, ਇੱਕ ਤਾਂ ਮਨ ਦੀਆਂ ਭੁੱਖਾਂ ਖਤਮ ਹੋ ਜਾਣਗੀਆਂ ਤੇ ਬੰਦਾ ਦਰ ਦਰ ਤੇ ਭਟਕਣੋਂ ਵੀ ਹਟ ਜਾਵੇਗਾ। ਕਹਿੰਦੇ ਹਰ ਜੀਓ ਤੇਰੀ ਦਾਤੀ ਰਾਜਾਂ, ਤੇਰੀਆਂ ਦਾਤਾਂ ਦੇ ਨਾਲ ਹੀ ਮੈਂ ਰੱਜ ਸਕਦਾ ਹਾਂ, ਪਰ ਮਨ ਨੂੰ ਭੁੱਖ ਬਹੁਤ ਲੱਗੀ ਹੈ। ਇਸ ਕਰਕੇ ਕਹਿੰਦੇ ਮਾਨਸ ਬਪੜਾ ਕਿਆ ਸਲਾਹੀ, ਕਿਆ ਤਿਸਕਾ ਮੁਹਤਾਜਾ। ਪਰ ਕਿਉਂਕਿ ਬੰਦਾ ਪਿਆ ਲਾਲਚਾਂ ਦੇ ਵੱਸ ਹੈ, ਤਾਂ ਹੀ ਤਾਂ ਜੋ ਦੂਜਿਆਂ ਦੀ ਮੁਹਤਾਜੀ ਕਰਦਾ ਫਿਰਦਾ ਹੈ ਨਾ। ਇੱਕ ਨੂੰ ਛੱਡ ਕੇ ਦੂਜਿਆਂ ਦੀ ਮੁਹਤਾਜੀ, ਦੂਜਿਆਂ ਦੀ ਮੁਹਤਾਜੀ ਕਰਦਾ। ਤੁਸੀਂ ਆਮ ਘਰਾਂ ਦੇ ਹਾਲਾਤ ਦੇਖੇ ਹੋਣਗੇ, ਹਾਲਾਂਕਿ ਬਹੁ ਗਿਣਤੀ ਵਿੱਚ ਇੱਦਾਂ ਹੁੰਦਾ ਨਹੀਂ, ਪਰ ਕਿਤੇ ਹੋ ਵੀ ਜਾਂਦਾ। ਘਰਾਂ ਦੇ ਵਿੱਚ ਬੱਚਿਆਂ ਦੇ ਮਾਂ-ਬਾਪ ਦੇ ਲੜਾਈ ਝਗੜੇ ਹੁੰਦੇ ਕਿਉਂ ਨੇ? ਬਹੁਤੀ ਵਾਰ ਬੱਚੇ ਹੋਰਾਂ ਨੂੰ ਵੇਖ ਕੇ ਮਾਂ-ਬਾਪ ਦੇ ਨਾਲ ਲੜਦੇ ਨੇ। ਫਲਾਣੇ ਕੋਲ ਆਹ ਚੀਜ਼ ਆ, ਉਹਨਾਂ ਨੇ ਆਪਣੇ ਬੱਚੇ ਨੂੰ ਆਹ ਲਿਆ ਕੇ ਦਿੱਤੀ, ਮੈਨੂੰ ਲਿਆ ਕੇ ਦੇ, ਮੇਰੇ ਕੋਲ ਹੋਣੀ ਚਾਹੀਦੀ ਹੈ। ਹੁਣ ਜਿੰਨੀ ਕੁ ਪਿਓ ਦੀ ਆਮਦਨ ਆ ਉਸ ਹਿਸਾਬ ਦੇ ਨਾਲ ਚਲਾ ਰਿਹਾ ਹੈ ਨਾ। ਹੁਣ ਇੱਕ ਉਹ ਬੱਚਾ ਹੈ ਜਿਹੜਾ ਸਮਝਦਾ ਵੀ ਸਾਡੇ ਘਰ ਦੇ ਹਾਲਾਤ ਕੀ ਨੇ, ਜਿੰਨਾ ਕੁ ਮੇਰਾ ਬਾਪ ਕਮਾ ਰਿਹਾ ਸਾਡੇ ਲਈ ਬਹੁਤ ਆ, ਜਿੰਨੇ ਕੁ ਜੋ ਸਾਡਾ ਰੋਟੀ ਦਾ ਗੁਜ਼ਾਰਾ ਕੱਪੜਾ ਲੀੜਾ ਆ ਜਾਂਦਾ ਬਹੁਤ ਹੈ, ਮੈਨੂੰ ਪੜ੍ਹਾ ਰਿਹਾ ਠੀਕ ਆ। ਦੋਵਾਂ ਦੇ ਵਿੱਚ ਫਰਕ ਹੈ ਨਾ। ਹੁਣ ਇੱਕ ਨੀਤ ਰੱਜੀ ਵਾਲਾ ਹੈ, ਭਾਵੇਂ ਜਿੰਨਾ ਮਰਜ਼ੀ ਹੁੰਦਾ ਹੋਵੇ, ਭਾਵੇਂ ਦਿਨ ਦੀ 250 300 500 ਦਿਹਾੜੀ ਪੈਂਦੀ ਹੋਵੇ, ਪਰ ਇੱਕ ਜਿਹੜਾ ਦੂਜਿਆਂ ਨੂੰ ਵੇਖ ਕੇ ਪਿਓ ਦੇ ਗਲ 'ਚ ਅੰਗੂਠਾ ਦੇਣ ਨੂੰ ਜਾਂਦਾ ਵੀ ਦਿੱਤਾ ਕੀ ਹੈ ਤੂੰ ਹੁਣ ਤੱਕ ਸਾਨੂੰ। ਫਰਕ ਹੈ ਨਾ ਦੋਵਾਂ 'ਚ। ਹੁਣ ਮਾਂ ਬਾਪ ਦਾ ਲਾਇਕ ਪੁੱਤਰ ਤਾਂ ਉਹੀ ਹੈ ਨਾ, ਧੀਆਂ ਪੁੱਤਰ ਉਹੀ ਨਹੀਂ ਜਿਹੜੇ ਸਾਥ ਬਟਾ ਰਹੇ ਨੇ, ਜਿਹੜੇ ਪਿਤਾ ਦੀ ਲਿਆਂਦੀ ਵਿੱਚ ਉਹਨੇ 'ਚ ਖੁਸ਼ ਨੇ ਵੀ ਜਿੰਨਾ ਹੈ ਜੀ ਸਾਡੇ ਕੋਲ ਆ। ਹੋਰਾਂ ਨੂੰ ਵੇਖ ਵੇਖ ਫਾਹੇ ਤਾਂ ਨਹੀਂ ਨਾ ਲੈਂਦੇ। ਹਾਲਾਤ ਵੇਖੀਏ ਤੁਸੀਂ ਸਮਾਜ ਦੇ ਵਿੱਚ, ਵੱਡਾ ਹੋ ਗਿਆ ਔਖਾ ਕਰਨ ਲੱਗ ਜਾਂਦਾ, ਮੈਨੂੰ ਹੁਣ ਚੰਗਾ ਮੋਬਾਈਲ ਚਾਹੀਦਾ ਹੈ, ਚੰਗੇ ਕੱਪੜੇ ਲੀੜੇ ਚਾਹੀਦੇ ਨੇ, ਫਲਾਣੇ ਥਾਂ 'ਤੇ ਮੈਂ ਪੜ੍ਹਨ ਜਾਣਾ ਹੈ, ਬੁਲਟ ਚਾਹੀਦਾ ਹੈ, ਮੋਟਰਸਾਈਕਲ ਚਾਹੀਦੇ, ਉਹਨੂੰ ਗੱਡੀ ਲੈ ਕੇ ਆਉਂਦੇ ਨੇ, ਗੱਡੀ ਚਾਹੀਦੀ। ਹੋ ਜਾਂਦਾ ਇੱਦਾਂ। ਮਾਂ ਬਾਪ ਨੇ ਕਰਨਾ ਕੀ ਹੈ, ਉਹ ਤਾਂ ਆਸਾਂ ਪੂਰੀਆਂ, ਜੇ ਨਹੀਂ ਕਰਦੇ ਫਿਰ ਲੜਾਈ ਹੁੰਦੀ ਹੈ। ਆਹੀ ਮਸਲੇ ਨੇ ਨਾ ਬਹੁਤੀਆਂ ਲੜਾਈਆਂ ਦੇ, ਤਾਂ ਬਹੁਤੀਆਂ ਲੜਾਈਆਂ ਇੱਥੋਂ ਨੇ। ਪਰ ਜਿੰਨੀ ਕੁ ਘਰ ਦੇ ਹਾਲਾਤ ਵੇਖ ਕੇ ਜਿਹੜਾ ਬੰਦਾ ਕਹੇ ਵੀ ਸਾਡੇ ਘਰ ਦੇ ਹਾਲਾਤ ਇਹ ਨਹੀਂ, ਮੈਂ ਇਹਦੇ 'ਚ ਜਿਉਣਾ ਜਾਣਦਾ ਆ, ਲਾਏ ਕੇ ਆਣਾ, ਉਹ ਵੀ ਪੁੱਤਰ ਲਾਏ ਕੇ ਆਣਾ। ਅਸੀਂ ਸਪੂਤ ਉਹੀ ਹੈ ਨਾ, ਦੋਵਾਂ ਦੇ ਵਿੱਚ ਵੱਡਾ ਅੰਤਰ ਆ। ਹੁਣ ਜੇ ਅਸੀਂ ਆਹ ਬਿਰਤੀ ਨੂੰ ਧਾਰਨ ਕਰਕੇ ਇੱਕ ਨਿਰੰਕਾਰ ਦੇ ਵਫਾਦਾਰ ਰਹਿੰਦੇ ਵੀ ਇੱਕ ਗੁਰੂ ਹੈ ਦੇਣ ਵਾਲਾ ਬਹੁਤ ਹੈ, ਜਿੰਨਾ ਸਾਡੇ ਕੋਲ ਹੈ ਬਹੁਤ ਹੈ। ਹਾਲਾਂਕਿ ਗੁਰੂ ਕੋਲ ਕਮੀ ਨਹੀਂ ਹੈ, ਪਤਾ ਹੈ ਸਾਨੂੰ, ਪਰ ਕੋਈ ਕਮੀ ਨਹੀਂ ਹੈ। ਪਰ ਆਹ ਮਨ ਦੀ ਭੁੱਖ ਮੁਹਤਾਜੀ ਹੋਰਾਂ ਦੀ ਕਰਾ ਦਿੰਦੀ ਹੈ। ਪਿਓ ਨੂੰ ਛੱਡ ਕੇ ਕਿਸੇ ਹੋਰ ਦੀਆਂ ਰੀਸਾਂ, ਕਿਸੇ ਹੋਰ ਦੇ ਦਰ 'ਤੇ, ਕਿਸੇ ਹੋਰ ਕੋਲ ਜਾਣਾ, ਇਹ ਨਲਾਇਕਾਂ ਦੀ ਨਿਸ਼ਾਨੀ ਹੈ ਨਾ। ਨਲਾਇਕ ਹੀ ਨੇ ਇਹ। ਪਿਓ ਨਾਲ ਲੜਦਾ ਹੈ, ਕਿਸੇ ਹੋਰ ਨੂੰ ਬਹੁਤੇ ਨੂੰ ਜੀ ਕਰਦਾ ਫਿਰੇ ਬੰਦਾ। ਹੁੰਦਾ ਹੀ ਆ ਹਾਲਾਤ ਦੇਖੇ ਨਹੀਂ ਅਸੀਂ। ਜਿਹੜਾ ਜ਼ਿਆਦਾ ਕੋਈ ਰੁਤਬੇ ਵਾਲਾ ਉਹਨੂੰ ਬੰਦਾ ਜੀ ਕਰਦਾ, ਬਾਪੂ ਨੂੰ ਕਦੇ ਸਿੱਧੇ ਮੂੰਹ ਬੁਲਾਇਆ ਹੀ ਨਹੀਂ, ਬੁੜਾ ਕਹਿ ਕੇ ਬੁਲਾਉਂਦਾ ਬੰਦਾ। ਇਹੀ ਹੈ ਨਾ, ਲਾਇਕ ਨਹੀਂ ਹੈ। ਤੇ ਆਹੀ ਕੁਛ ਸਾਡੇ ਨਾਲ ਵਾਪਰਿਆ ਵੀ ਅਸੀਂ ਵੀ ਇਹੀ ਕੀਤਾ। ਗੁਰੂ ਨੂੰ ਅਸੀਂ ਬੇਮਤਲਬਾ ਸਮਝ ਕੇ ਹੋਰਾਂ ਦਾ ਜਿਹੜਾ ਐਸ਼ੋ ਆਰਾਮ ਹੈ ਨਾ, ਹੋਰਾਂ ਦਾ ਸਲੀਕਾ, ਹੋਰਾਂ ਦਾ ਬਾਹਰੀ ਦ੍ਰਿਸ਼ ਵੇਖ ਕੇ ਅਸੀਂ ਉੱਧਰ ਨੂੰ ਭੱਜ ਲਏ ਅਤੇ ਉਹਨਾਂ ਦੇ ਮੁਹਤਾਜ ਹੋ ਗਏ। ਹੋਰਾਂ ਨੂੰ, ਇੱਥੇ ਹੁਣ ਗੱਲ ਧਰਮ ਦੀ ਚੱਲ ਰਹੀ ਹੈ। ਤੋ ਮਾਤ ਪਿਤਾ ਹਮ ਬਾਰਕ ਤੇਰੇ, ਇੱਕ ਨੂੰ ਛੱਡ ਕੇ ਬੰਦਾ ਪਤਾ ਹੀ ਨਹੀਂ ਹੋਰ ਕਿਹਨੂੰ ਬਾਪੂ ਬਣਾਈ ਤੁਰਿਆ ਫਿਰਦਾ ਹੈ। ਉਹ ਦੇਖੇ ਨਹੀਂ ਵੀ ਇਹਨੇ ਦਿੱਤਾ ਕੀ ਹੈ ਹੁਣ ਤੱਕ। ਆਹ ਸਰੀਰ ਦੀ ਘਾੜਤ, ਇਹਦੇ ਵਿੱਚ ਜਿੰਦ, ਇਹਦੇ ਵਿੱਚ ਸੁਆਹ,
ਤੁਰਨ ਦਾ ਬਲ, ਹੱਥਾਂ ਨਾਲ ਕੰਮ ਕਰਨ ਦਾ ਹੁਣ ਤੱਕ ਦਿੱਤਾ ਕਿਹਨੇ ਹੈ? ਪਰ ਬਣ ਕਿਸੇ ਹੋਰ ਦਾ ਗਿਆ। ਨਲਾਇਕਾਂ ਦੀ ਨਿਸ਼ਾਨੀ ਹੈ ਨਾ। ਤੇ ਹੁਣ ਵੇਖੋ ਵੀ ਸਾਡੇ ਨਾਲੋਂ, ਤੇ ਗੱਲ ਉਹਨਾਂ ਦੀ ਵੀ ਜਿਹੜਾ ਛੱਡ ਕੇ ਇੱਕ ਨੂੰ ਕਿਤੇ ਹੋਰ ਜਾਵੇ ਉਹਦੇ ਨਾਲੋਂ ਵੱਡਾ ਨਲਾਇਕ ਕੌਣ ਹੋ ਸਕਦਾ ਮਾਂ ਬਾਪ ਦੀਆਂ ਨਜ਼ਰਾਂ 'ਚ? ਤੇ ਗੁਰੂ ਸਾਡੇ ਤੇ ਖੁਸ਼ ਕਿਵੇਂ ਹੋ ਜਾਵੇ ਵੀ ਤੂੰ ਤਾਂ ਨਲਾਇਕ ਹੈ ਸਿਰੇ ਦਾ, ਮੁਹਤਾਜੀ ਕਿਸੇ ਹੋਰ ਦੀ। ਤੇ ਦੁੱਖ ਪਵੇ ਤੂੰ ਭੱਜ ਭੱਜ ਇੱਧਰ ਨੂੰ ਆਉਣਾ। ਫਿਰ ਸੁੱਖ ਵੇਲੇ ਵੀ ਕਦੇ ਯਾਦ ਕਰਿਆ ਕਰ ਵੀ ਸੁੱਖ ਜੇ ਖੁਸ਼ ਹੈ ਤਾਂ ਟਰਾਲੀ ਭਰ ਕੇ ਕਿਤੇ ਹੋਰ, ਜੇ ਖੁਸ਼ ਹੈ ਤਾਂ ਪਤਾ ਨਹੀਂ ਕਿਹੜੇ ਕਿਹੜੇ ਮੇਲਿਆਂ ਤੇ ਜੇ ਕਿਤੇ ਦੁੱਖ ਹੋਵੇ ਉਦੋਂ ਰੱਬ ਯਾਦ ਆਉਣ ਲੱਗ ਪੈਂਦਾ ਵੀ ਉਦੋਂ ਤਾਂ ਕੀਤਾ ਨਹੀਂ। ਯਾਰ ਸੁੱਖ ਵੇਲੇ ਵੀ ਯਾਦ ਕਰਿਆ ਕਰ। ਉਦੋਂ ਕਾਹਤੋਂ ਗਲਤ ਕੰਮਾਂ 'ਚ ਪੈਣਾ, ਉਦੋਂ ਬਦਫੈਲੀਆਂ ਹੋ ਜਾਂਦੀਆਂ ਨੇ। ਕਿਉਂ ਨਹੀਂ ਯਾਦ ਕਰ ਲੈਂਦਾ? ਲਾਇਕ ਬਣ, ਦੁੱਖ ਸੁੱਖ ਦੇ ਵਿੱਚ ਇੱਕੋ ਹੀ ਰਵੇ। ਬਦਲਿਆ ਨਾ ਕਰ ਪਲ ਪਲ 'ਤੇ ਵੀ ਤੇਰਾ ਰੱਬ ਬਦਲ ਗਿਆ, ਹੁਣ ਤੇਰਾ ਗੁਰੂ ਬਦਲ ਗਿਆ, ਹੁਣ ਤੇਰਾ ਪਿਓ ਬਦਲ ਗਿਆ। ਮਾਨਸ ਬੱਪੜਾ ਕਿਆ ਸਲਾਹੀਆ, ਮਨ ਦੀ ਭੁੱਖ ਪਤਾ ਨਹੀਂ ਕਿੱਥੇ ਕਿੱਥੇ ਛਿੜਦੀ ਹੈ ਬੰਦੇ ਨੂੰ ਜਾ ਕੇ। ਭਲਿਓ ਸਾਡੇ ਤਾਂ ਗੁਰੂ ਦੇ ਪਰਉਪਕਾਰ ਹੀ ਸਾਡੇ 'ਤੇ ਬਹੁਤ ਨੇ। ਸਾਨੂੰ ਤਾਂ ਜਿਉਣਾ ਸਾਡਾ ਗੁਰੂ ਸਿਖਾ ਗਿਆ। ਅਣਖ ਦੇ ਨਾਲ ਸਮਾਜ ਵਿੱਚ ਵਿਚਰਨਾ, ਸਿਰ ਉੱਚਾ ਕਰਕੇ ਜਿਉਣਾ ਸਿਖਾ ਗਿਆ। ਪਰ ਥਾਂ ਥਾਂ 'ਤੇ ਡਿੱਗਣ ਕਰਕੇ ਸਾਡੀਆਂ ਸਰਦਾਰੀਆਂ ਅੱਜ ਰੁਲੀਆਂ ਨੇ ਨਾ। ਥਾਂ ਥਾਂ 'ਤੇ ਗੁਰੂ ਥੋੜ੍ਹੀ ਜਿਹੀ ਰਾਹ ਦੇ ਕੇ ਗਿਆ ਸਾਨੂੰ। ਤੇ ਕਹਿੰਦਾ ਜਿੰਨੇ 'ਚ ਹੈ ਉਹਨੇ 'ਚ ਅਣਖ ਨਾਲ ਜਿਉਂ ਕੇ ਵੇਖਣਾ, ਸਵਾਦ ਹੀ ਵੱਖਰਾ। ਪਰ ਮੁਹਤਾਜੀ ਹੈ ਜਿਹੜੀ ਬਗਾਨੇ ਦੀ, ਉਹ ਸਾਨੂੰ ਜਿਉਣ ਨਹੀਂ ਦਿੰਦੀ। ਕਿਸੇ ਦੇ ਅਧੀਨ ਰਹਿ ਕੇ ਸਰਦਾਰ ਹੋ ਕੇ ਨਹੀਂ ਬੰਦਾ ਜਿਉ ਸਕਦਾ। ਸਰਦਾਰ ਹੋ ਕੇ ਕਦੇ ਵੀ ਨਹੀਂ, ਸਰਦਾਰ ਹੋ ਕੇ ਨਹੀਂ ਤੁਸੀਂ ਜਿਉ ਸਕਦੇ। ਤੇ ਗੁਰੂ ਸਾਨੂੰ ਸਰਦਾਰੀਆਂ ਬਖਸ਼ ਕੇ ਗਿਆ, ਸਰਦਾਰੀਆਂ। ਤੇ ਕਿਸੇ ਮਾਲਕ ਨੂੰ ਸਰਦਾਰ ਨਹੀਂ ਪਸੰਦ ਆਉਂਦਾ ਵੀ ਬੰਦਾ ਸਰਦਾਰ ਕਵੇ। ਹਾਂ ਨੀਵਾਂ ਰਹਿ ਕੇ ਨੌਕਰ ਚੌਧਰੀ ਤੂੰ ਅਖਵਾ ਸਕਦਾ, ਪਰ ਸਰਦਾਰ ਨਹੀਂ ਤੂੰ ਬਣ ਸਕਦਾ ਕਦੇ ਵੀ। ਪਰ ਗੁਰੂ ਸਾਨੂੰ ਸਰਦਾਰੀਆਂ, ਪਰ ਅਸੀਂ ਕਿਸੇ ਦੀਆਂ ਮੁਹਤਾਜੀਆਂ ਕਰ ਕਰਕੇ ਆਪਣੀ ਸਰਦਾਰੀ ਵੀ ਗਵਾ ਲਈ ਆ। ਸਾਡੇ 'ਤੇ ਤਾਂ ਰਾਜ ਹੀ ਕਿਸੇ ਹੋਰ ਦਾ, ਸਰਦਾਰੀ ਕਾਹਦੀ ਫਿਰ? ਮਾਨਸ ਬੱਪੜਾ ਕਿਆ ਸਲਾਹੀ, ਕਿਆ ਤਿਸਕਾ ਮੁਹਤਾਜਾ। ਜਿਹੜੀ ਮਨ ਦੀ ਭੁੱਖ ਆ ਨਾ ਬੰਦੇ ਨੂੰ ਪਤਾ ਨਹੀਂ ਕਿੱਥੇ ਕਿੱਥੇ ਸੁੱਟ ਦਿੰਦੀ ਆ ਜਾ ਕੇ। ਮਨ ਦੀਆਂ ਭੁੱਖਾਂ, ਪਰਿਵਾਰ ਦੀ ਖੁਸ਼ੀ, ਘਰ ਦੇ ਵਿੱਚ ਦਾਤਾਂ, ਸੁੱਖ ਸਹੂਲਤਾਂ, ਇਹ ਚੀਜ਼ਾਂ ਬੰਦੇ ਨੂੰ ਪਤਾ ਨਹੀਂ ਕਿੱਥੇ ਲੈ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਸੰਤੋਖ ਲਿਆ ਜਿਉਣਾ ਆ ਜਾਣਾ ਹੈ। ਸੰਤੋਖ ਕਿਤੇ ਹੋਰ ਜਾ ਕੇ ਵੀ ਤੂੰ ਰੱਜ ਨਹੀਂ ਸਕਦਾ, ਜਿੱਥੇ ਮਰਜ਼ੀ ਜਾਈ। ਜੇ ਤੈਨੂੰ ਲਾਲਚ ਪੈ ਗਿਆ ਨਾ ਸਿਰਫ ਸਹੂਲਤਾਂ ਦਾ, ਸਿਰਫ ਸਹੂਲਤਾਂ ਦਾ, ਫਿਰ ਤਾਂ ਜਿਹੜਾ ਵੱਡਾ ਆਫਰ ਕੋਈ ਕੱਲ੍ਹ ਨੂੰ ਲੈ ਕੇ ਆਉ ਤਾਂ ਉੱਧਰ ਨੂੰ ਭੱਜ ਲੈਣਾ, ਕੋਈ ਉਦੋਂ ਵੱਡਾ ਆਫਰ ਲੈ ਕੇ ਉੱਧਰ ਨੂੰ ਭੱਜ ਲੈਣਾ। ਆਹੀ ਹਾਲਾਤ ਬੰਦੇ ਦੇ ਨੇ, ਆਹ ਬਣੇ ਪਏ ਨੇ ਸਾਡੇ। ਅਤੇ ਗੁਰਦੇਵ ਜੀ ਪਹਿਲੇ ਬੰਦ ਵਿੱਚ ਅੱਗੇ ਆਖਦੇ ਨੇ, ਕਹਿੰਦੇ ਕਿਸ ਹੋਂ ਜਾਚੀ। ਜੇ ਮਨ 'ਚ ਸੰਤੋਖ ਆ ਗਿਆ, ਜੇ ਸਮਝ ਆ ਗਈ ਵੀ ਉਸ ਨਿਰੰਕਾਰ ਤੋਂ ਵੱਡਾ ਕੋਈ ਨਹੀਂ ਆ, ਕਿਸ ਹੋਂ ਜਾਚੀ। ਜਾਚੀ ਦਾ ਮਤਲਬ ਹੁੰਦਾ ਹੈ ਮੈਂ ਮੰਗਾਂ, ਜਾਚਾਂ ਮੰਗਾਂ। ਕਿਸ ਹੋਂ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ। ਕਹਿੰਦੇ ਜਦੋਂ ਹਰੇਕ ਜੀ ਪ੍ਰਮਾਤਮਾ ਦੀ ਪੈਦਾ ਕੀਤਾ ਹੋਇਆ, ਮੈਂ ਕਿਸੇ ਕੋਲੋਂ ਕਿਉਂ ਮੰਗਾਂ, ਕਿਸੇ ਦੀ ਆਰਾਧਨਾ ਕਿਉਂ ਕਰਾਂ, ਕਿਸੇ ਦੀ ਆਰਾਧਨਾ, ਕਿਸੇ ਦੇ ਦਰ ਦਰ 'ਤੇ ਕਿਉਂ ਮੰਗਾਂ। ਜੇ ਸੌਖੀ ਮੰਗਣੇ ਨੇ ਮੈਂ ਇੱਥੋਂ ਮੰਗਣਾ, ਇੱਥੋਂ ਮੰਗਾ ਸਾਰਾ ਕੁਛ। ਜਿਹਨੇ ਸਾਰਾ ਕੁਝ ਪੈਦਾ ਕੀਤਾ, ਜਿਹਨੇ ਪੈਦਾ ਕਰਕੇ ਜੀਵ ਦੇ ਸਾਹ ਰਗਤ ਚਲਾਈਆਂ ਨੇ, ਜਿੰਦ ਪਾਈ ਹੈ, ਇਹ ਤੋਂ ਕਿਉਂ ਨਹੀਂ ਮੰਗਿਆ ਜਾਂਦਾ ਫਿਰ? ਤੇ ਇਹ ਤਾਂ ਫੇਰ ਵੀ ਬਿਨਾਂ ਮੰਗੇ ਹੀ ਦੇ ਦਿੰਦਾ। ਤੇ ਇੱਥੇ ਤਾਂ ਇਹੋ ਜਿਹੇ ਨੇ ਜਿਹੜੇ ਕਹਿੰਦੇ ਸਾਡੇ ਨਾਲ ਆਉਂਗੇ ਤਾਂ ਸਹੂਲਤ ਮਿਲਣੀ। ਤਾਂ ਫਰਕ ਦੇਖਿਓ ਤੁਸੀਂ ਗੁਰੂ ਦੀ ਸੋਚ ਵਿੱਚ ਤੇ ਬਾਕੀਆਂ ਨਾਲੋਂ। ਇਤਿਹਾਸ ਪੜ੍ਹ ਲਿਓ ਕਦੇ ਵੀ, ਸਿੱਖ ਮੱਤ ਦੇ ਵਿੱਚ ਨਾ ਕਦੇ ਵੀ ਇਹ ਵਿਚਾਰਧਾਰਾ ਨਹੀਂ ਸੀ ਵੀ ਸਾਡੇ ਨਾਲ ਜਿਹੜਾ ਜੁੜੇਗਾ ਸਹੂਲਤ ਉਹਨੂੰ ਮਿਲੇਗੀ। ਗੁਰੂਆਂ ਦਾ ਇਤਿਹਾਸ ਪੜ੍ਹ ਲਿਓ, ਉਹਨਾਂ ਨੇ ਸਿਰਫ ਸਿੱਖਾਂ ਵਾਸਤੇ ਸਹੂਲਤਾਂ ਨਹੀਂ ਪੈਦਾ ਕੀਤੀ, ਉਹਨਾਂ ਦੀ ਸੁਰਤ ਵਿੱਚ ਇਨਸਾਨੀਅਤ ਦਾ ਭਲਾ ਸੀ, ਕੋਈ ਮਰਜ਼ੀ ਹੋਵੇ। ਪਰ ਇੱਥੇ ਧਰਮ ਉਹ ਆ ਰਹੇ ਨੇ, ਉਹ ਚਲਾ ਰਹੇ ਨੇ ਅਗਲੇ ਵਿਚਾਰਧਾਰਾ, ਜਿਹੜੇ ਕਹਿੰਦੇ ਸਾਡੇ 'ਚ ਜੁੜੋਗੇ ਤਾਂ ਸਹੂਲਤਾਂ ਦੇਣੀਆਂ ਨੇ ਸਾਨੂੰ। ਬੰਦਾ ਧੜਾ ਧੜ ਵਗਾਂ ਦੇ ਵਗ ਜੁੜ ਜਾਂਦੇ ਨੇ। ਪਰ ਕਦੇ ਥੋੜ੍ਹਾ ਸੋਚ ਵਿਚਾਰ ਕੇ ਇਤਿਹਾਸ ਵੱਲ ਝਾਤ ਮਾਰਿਆ ਕਰੋ
ਵੀ ਇੱਥੇ ਤਾਂ ਗੁਰੂ ਕਿਸੇ ਨਾਲ ਵਾਹ ਵਾਸਤਾ ਨਾ ਵੀ ਹੁੰਦੇ ਆ ਆਪਣੀ ਜਿੰਦ ਵਾਰ ਦਿੰਦਾ ਵੀ ਧੱਕਾ ਨਹੀਂ ਹੋਣਾ ਚਾਹੀਦਾ। ਕਿ ਗੁਰੂ ਤੇਗ ਬਹਾਦਰ ਸਾਹਿਬ ਵੋਟਾਂ ਪੱਕੀਆਂ ਕਰਨ ਗਏ ਹੋਣਗੇ ਵੀ ਮੈਂ ਚੱਲਿਆ ਚਾਂਦਨੀ ਚੌਂਕ ਨੂੰ, ਤੁਹਾਡੇ ਹੱਕ 'ਚ ਵੋਟ ਪੈਣੀ ਚਾਹੀਦੀ ਹੈ ਸਾਨੂੰ। ਕਦੇ ਵੀ ਨਹੀਂ। ਵੋਟਾਂ ਵਾਸਤੇ ਜਿੰਦਾਂ ਨਹੀਂ ਵਾਰੀਆਂ, ਗਿਣਤੀ ਵਧਾਉਣ ਵਾਸਤੇ ਨਹੀਂ, ਵੀ ਕਿਸੇ ਦੇ ਨਾਲ ਨਫ਼ਰਤ ਫੈਲਾਈ ਜਾਂਦੀ ਹੋਵੇ। ਇਹ ਕਿਹਾ ਗਿਆ ਵੀ ਪਹਿਲਾਂ ਸਾਰੇ ਆ ਕੇ ਸਿੱਖ ਬਣੋ ਫਿਰ ਮੈਂ ਜਾਣ ਦੇਣੀ ਹੈ। ਕਦੇ ਵੀ ਨਹੀਂ ਹੋਇਆ। ਇੱਥੇ ਇਨਸਾਨੀਅਤ ਦੇ ਭਲੇ ਦੀਆਂ ਗੱਲਾਂ ਹੋਈਆਂ ਨੇ। ਜਿੱਦਣ ਬਾਬਾ ਕਰਤਾਰਪੁਰ ਵਸਾਉਂਦਾ ਹੈ ਨਾ, ਕਰਤਾਰਪੁਰ ਦੇ ਵਿੱਚ ਉਹਨਾਂ ਨੇ ਨਹੀਂ ਕਿਹਾ ਵੀ ਇਕੱਲੇ ਸਿੱਖ ਰਹਿਣੇ ਚਾਹੀਦੇ ਨੇ, 52 ਕਿੱਤਿਆਂ ਦੇ ਲੋਕ ਰਹਿਣ ਲੱਗੇ ਨੇ। 52 ਕਿੱਤਿਆਂ ਦੇ ਸਾਰਿਆਂ ਨੂੰ ਹੱਕ ਦਿੱਤਾ ਜਾਣ ਦਾ। ਆ ਸੀ ਇੱਕ ਚੰਗੇ ਸਮਾਜ ਸੇਵਕਾਂ ਦੀਆਂ ਨਿਸ਼ਾਨੀਆਂ। ਐ ਸਿਰਜੇ ਜਾਂਦੇ ਨੇ ਚੰਗੇ ਸਮਾਜ। ਦੂਜੇ ਦੇ ਗਲ 'ਚ ਅੰਗੂਠਾ ਦੇ ਕੇ ਆਪ ਉੱਚਾ ਹੋ ਕੇ ਜਿਉਣਾ, ਇਹ ਚੰਗੇ ਸਮਾਜ ਸੇਵਕਾਂ ਦੇ ਭਲੇ ਦੇ ਕੰਮ ਨਹੀਂ ਹੁੰਦੇ। ਵੀ ਸਿਰਫ ਅਸੀਂ ਰਹਿਣਾ ਚਾਹੀਦਾ, ਹੋਰ ਕੋਈ ਨਹੀਂ ਰਹਿਣਾ ਚਾਹੀਦਾ ਇੱਥੇ। ਨਹੀਂ, ਇੱਥੇ ਤਾਂ ਸਰਬੱਤ ਦਾ ਭਲਾ ਮੰਗਦੇ ਆ। ਦੁਨੀਆ 'ਤੇ ਜਿਹੜਾ ਵੀ ਜਿਉਂਦਾ ਨਾ ਸਾਰਾ ਸਰਬੱਤ ਦੇ ਭਲੇ 'ਚ ਹੋਵੇ। ਸਾਰੀ ਸਰਬੱਤ ਦਾ ਭਲੇ, ਸਾਰਿਆਂ ਦਾ ਭਲਾ ਹੋਣਾ ਚਾਹੀਦਾ। ਆਹ ਸੋਚ ਸੀ ਗੁਰੂ ਘਰ ਦੀ। ਹਰੇਕ ਦਾ ਭਲਾ ਹੁੰਦਾ ਇੱਥੇ। ਕੋਈ ਵੀ ਪੁਕਾਰ ਕਰਦਾ ਸੀ ਇੱਥੇ। ਇਹ ਨਹੀਂ ਪਹਿਲਾਂ ਕਹਿੰਦੇ ਖੱਡੇ ਕੀ ਪੌ ਲੈ ਸਾਡੇ 'ਚ ਜੁੜ, ਆਇਆ ਕਰ ਸਤਸੰਗ ਕਰਿਆ ਕਰ। ਨਹੀਂ, ਬੰਦਾ ਜਦੋਂ ਇਹੋ ਜਿਹੀ ਭਾਵਨਾ ਦੇਖਦਾ ਨਾ ਆਟੋਮੈਟਿਕ ਜੁੜ ਜਾਂਦਾ ਹੈ। ਆਟੋਮੈਟਿਕ ਆਪਣੇ ਆਪ ਜੁੜ ਜਾਂਦਾ ਵੀ ਭਾਵਨਾ ਦੇਖੋ ਬੰਦਿਆਂ ਦੀ ਕਿਹੋ ਜਿਹੀ ਹੈ। ਅਤੇ ਜੇ ਸਾਡੇ ਵਿੱਚੋਂ ਗੁਰੂ ਵਾਲੀ ਭਾਵਨਾ ਅੱਜ ਵੀ ਜੇ ਪੈਦਾ ਹੁੰਦੀ ਹੈ ਨਾ, ਗਰੀਬ ਦੀ ਬਾਂਹ ਫੜਨ ਵਾਲੀ, ਇਹ ਨਾ ਦੇਖਿਆ ਕਰੋ ਵੀ ਸਿੱਖ ਆ ਜਾਂ ਫਲਾਣਾ ਹੈ। ਜੇ ਭਾਵਨਾ ਅੱਜ ਵੀ ਪੈਦਾ ਹੁੰਦੀ ਹੈ ਨਾ ਤਾਂ ਦਿਨ ਲੱਗਣਗੇ ਸਿੱਖ ਦੀ ਚੜ੍ਹਦੀ ਕਲਾ ਹੋਣ ਵਾਸਤੇ। ਪਰ ਸਾਡੇ 'ਚੋਂ ਭਾਵਨਾ ਮੁੱਕ ਗਈਆਂ, ਕਿਉਂਕਿ ਅਸੀਂ ਤਾਂ ਖੁਦ ਦਰ 'ਤੇ ਹੋਰ ਕਿਤੇ ਮੰਗਦੇ ਤੁਰੇ ਫਿਰਦੇ ਹਾਂ। ਗੁਰੂ ਤੋਂ ਲੈਣਾ ਕੀ ਅਸੀਂ? ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ। ਅੱਜ ਆਹ ਗੱਲ ਵੀ ਸਿੱਖ ਨੂੰ ਸਿੱਖਣੀ ਚਾਹੀਦੀ ਆ ਵੀ ਜਿਹੜੇ ਨਿਰੰਕਾਰ ਨੇ ਪੈਦਾ ਕੀਤੇ ਉਹ ਤੋਂ ਬਿਨਾਂ ਕਿਸੇ ਤੋਂ ਮੰਗਿਆ ਨਹੀਂ ਜਾ ਸਕਦਾ, ਉਹ ਤੋਂ ਬਿਨਾਂ ਕਿਸੇ ਨੂੰ ਆਰਾਧਿਆ ਨਹੀਂ ਜਾ ਸਕਦਾ। ਸਾਨੂੰ ਵੀ ਅੱਜ ਲੋੜ ਹੈ ਸਿੱਖਣ ਦੀ। ਤਾਂ ਦੁਨੀਆ ਨੂੰ ਸਿਖਾਉਣਾ ਸੀ, ਅਸੀਂ ਖੁਦ ਭੁੱਲ ਬੈਠੇ। ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਜਿੰਨੇ ਵੱਡੇ ਵਡੇਰੇ ਦੇਖ ਰਹੇ ਨਾ ਉਹ ਰੱਬ ਤੋਂ ਵੱਡੇ ਨਹੀਂ, ਇਹ ਸਾਰੇ ਖਾਕ 'ਚ ਰਲਣ ਵਾਲੇ ਨੇ, ਮਿੱਟੀ ਹੋਣ ਵਾਲੇ ਨੇ। ਸਾਰੇ ਮਿੱਟੀ ਹੋਣ ਵਾਲੇ ਨੇ। ਅਤੇ ਅੱਗੇ ਗੁਰਦੇਵ ਜੀ ਗੱਲ ਆਖਦੇ ਨੇ, ਕਹਿੰਦੇ ਭਾਈ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਰਦੇਸੀ। ਸਾਰੇ ਸੁੱਖ ਅਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ। ਕੋਈ ਹੋਰ ਵੱਡਾ ਵਡੇਰਾ ਉਹਦੇ ਵਰਗਾ ਨਹੀਂ ਹੈ, ਉਹਦੇ ਵਰਗਾ ਨਹੀਂ ਹੈ। ਜਿੰਨੇ ਵੱਡੇ ਵਡੇਰੇ ਬੈਠੇ ਹੋਏ ਨਾ ਉਹ ਵੀ ਪ੍ਰਮਾਤਮਾ ਦੀ ਰਜ਼ਾ ਵਿੱਚ ਨੇ। ਜਿੱਦਣ ਰੱਬ ਨੇ ਚਾਹੇ ਉਹ ਵੀ ਚੱਕ ਲੈਣੇ। ਨਹੀਂ ਵੀ ਆਪਦੇ ਜ਼ੋਰ 'ਤੇ ਕੋਈ ਜਿਉਂ ਕੇ ਦਿਖਾਵੇ ਇੱਥੇ ਨਹੀਂ। ਜਿਹਦੇ ਨਾਲ ਅਸੀਂ ਜੁੜੇ ਹੋਏ ਨੇ ਮਰਨਾ ਉਹਨੇ ਵੀ ਹੈ। ਰੱਬ ਦੀ ਜਿੱਦਣ ਰਜ਼ਾ ਹੋ ਗਈ ਉਹਨੇ ਵੀ ਉੱਠ ਜਾਣਾ। ਫਿਰ ਕਿਉਂ ਨਾ ਹੋਵੇ ਜੇ ਨਿਰੰਕਾਰ ਦੇ ਵਿੱਚ ਸਾਰੀ ਖੇਡ ਆ ਜੋੜੀ ਉਹਦੇ ਨਾਲ ਜਾਈਏ, ਕੱਢ ਹੀ ਦਈਏ ਵਿਚਾਲੋ ਸਾਰੇ। ਸਭ ਸੁਖ ਨਵਨਿਧ ਦੇਸੀ। ਅਤੇ ਅੱਗੇ ਗੁਰਦੇਵ ਜੀ ਕਹਿੰਦੇ ਜਿਨ ਹਰ ਧਿਆਇਆ ਸਭ ਕੁਛ ਤਿਸਕਾ ਤਿਸਕੀ ਭੂਖ ਗਵਾਈ। ਜਿਸ ਮਨੁੱਖ ਨੇ ਪ੍ਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਫਿਰ ਉਹਨੂੰ ਸਾਰਾ ਕੁਛ ਆਪਣਾ ਹੀ ਲੱਗਣ ਲੱਗ ਜਾਂਦਾ, ਕਿਉਂਕਿ ਸੰਤੋਖ ਆ ਗਿਆ ਨਾ। ਭੁੱਖਾਂ ਮਿਟ ਗਈਆਂ ਵੀ ਇਹਨੂੰ ਵੀ ਮੈਂ ਹਾਸਲ ਕਰਾਂ, ਇਹਨੂੰ ਵੀ ਹਾਸਲ ਕਰਾਂ। ਜਦੋਂ ਸੰਤੋਖ ਆ ਗਿਆ ਬੰਦਾ ਕਹਿੰਦਾ ਸਾਰਾ ਕੁਝ ਜਿੱਥੇ ਹੈ ਠੀਕ ਹੈ, ਬਸ ਵਰਤੋਂ ਲਈ ਹੈ। ਇਹ ਥੋੜ੍ਹੀ ਵੀ ਚੀਜ਼ ਵਰਤ ਲਈ ਅਤੇ ਨਾਲ ਹੀ ਲੈ ਜਾਣੀ ਹੈ ਚੱਕ ਕੇ। ਆਹ ਚੀਜ਼ ਵਰਤ ਲਈ ਬੜੀ ਫਿੱਟ ਆ, ਮੈਂ ਚੋਰੀ ਕਰ ਲੈਣੀ ਹੈ, ਖੋਹ ਲੈਣੀ ਹੈ। ਆਹ ਸੋਚ ਜਿੱਦਣ ਨਿਕਲ ਗਈ ਨਾ ਸੰਸਾਰ ਦੇ ਭਲੇ ਉਦਣ ਹੋਣੇ ਨੇ। ਅਤੇ ਜਿਹੜੇ ਸਾਡੇ ਆਗੂ ਵੱਡੇ ਵੱਡੇ ਬਣੇ ਬੈਠੇ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਜੇ ਗੱਲ ਪੈ ਗਈ ਨਾ ਸਾਡੇ ਹੱਕ ਗਰੀਬਾਂ ਦੇ ਹੱਕ ਖਾਣੋਂ ਬੰਦ ਹੋ ਜਾਣਗੇ। ਲੁੱਟਣਾ ਚਾਹੁੰਦੇ ਨੇ, ਆਹ ਵੀ ਸਾਡਾ ਹੋ ਜੇ, ਆਹ ਵੀ ਸਾਡਾ ਹੋ ਜੇ। ਦੇਸ਼ਾਂ ਦੇ ਦੇਸ਼ ਅਗਲੇ ਖਾ ਗਏ, ਧਰਤਾਂ ਖਾ ਗਏ, ਸਭ ਕੁਝ ਖਤਮ ਕਰਨ ਤੁਰੇ ਹੋਏ ਨੇ। ਪਰ ਰਹਿ ਇੱਥੇ ਜਾਣਾ ਹੈ, ਕਿਤੇ ਬੰਦਿਆਂ ਦੀਆਂ ਲੜਾਈਆਂ ਰਹਿ ਜਾਣੀਆਂ, ਬਸ ਰਹਿ ਇੱਥੇ ਜਾਣਾ। ਕਿਸੇ ਨੇ ਜੇਬ 'ਚ ਪਾ ਕੇ ਨਹੀਂ ਲੈ ਜਾਣਾ। ਭਾਵੇਂ ਜਿੰਨਾ ਮਰਜ਼ੀ ਲੁੱਟੀ ਜਾਣ, ਕੁਛ ਮਰਜ਼ੀ ਕਰੀ ਜਾਣ, ਕਿੰਨਾ ਮਰਜ਼ੀ ਕਰੀ ਜਾਣ, ਕਿੰਨਾ ਟਾਈਮ ਗੁਲਾਮ ਬਣਾ ਕੇ ਰੱਖ ਲੈਣਗੇ। ਸਾਰੀ ਦੁਨੀਆ ਰਹਿੰਦੀ ਤੱਕ ਤਾਂ ਨਹੀਂ ਰਾਜ ਰਹਿ ਜਾਣਾ। ਜਿੱਦਣ ਮਰ ਗਿਆ ਗੁਲਾਮੀ ਵੀ ਖਤਮ, ਰਹਿ ਥੋੜ੍ਹੀ ਜਾਣਾ। ਪਰ ਜਿਹੜੀ ਬਾਬੇ ਨਾਨਕ ਦੀ ਵਿਚਾਰਧਾਰਾ ਸੀ ਨਾ ਉਹ ਹਰੇਕ ਨੂੰ ਖੁਦ ਮੁਖਤਿਆਰੀ ਦੇ ਨਾਲ ਜਿਉਣ ਦਾ ਹੱਕ ਦਿੰਦੀ ਸੀ। ਬਾਬੇ ਨਾਨਕ ਦੀ ਵਿਚਾਰਧਾਰਾ ਇਹ ਸੀ, ਕਿਸੇ ਦੇ ਅਧੀਨ ਨਹੀਂ ਸੀ ਰੱਖਣਾ ਚਾਹੁੰਦਾ ਬਾਬਾ।
जिन हर ध्याया सब किश तिसका तिसकी भूख गवाई। जिन्हें उस निरंकार नूं राध लिया संतोख आ गया, भुखा ही खत्म हो जाणगियां। ਜਿਹੜੇ ਬੰਦੇ ਦੀਆਂ ਭੁੱਖਾਂ ਖਤਮ ਹੋ ਗਈਆਂ ਨਾ, ਉਹ ਦੂਜੇ ਨੂੰ ਵੀ ਜਿਉਣ ਦਾ ਅਧਿਕਾਰ ਦੇ ਦਿੰਦਾ। ਫਿਰ ਜਿਹੜੇ ਦੀ ਆਪਦੇ ਮਨ ਦੀ ਭੁੱਖ ਨਹੀਂ ਨਾ, ਬੰਦਾ ਦੂਜੇ ਨੂੰ ਮਾਰ ਕੇ ਵੀ ਹੱਕ ਖਾ ਜਾਂਦਾ ਉਹਦਾ। ਦੂਜੇ ਨੂੰ ਅਧਿਕਾਰ ਨਹੀਂ ਜਿਉਣ ਦਾ, ਸਿਰਫ ਮੈਂ ਜਿਵਾਂ, ਦੂਜਾ ਮਰਨਾ ਚਾਹੀਦਾ। ਐਸਾ ਧਨ ਦਿਆ ਸੁਖਦਾਤਾ ਹੈ, ਇਹੋ ਜਿਹਾ ਧਨ ਸੁਖਦਾਤੇ ਪ੍ਰਭੂ ਨੇ ਦਿੱਤਾ। ਨਿਖੁੱਟ ਨਾ ਕਬਹੀ ਜਾਈ, ਇਹੋ ਜਿਹਾ ਧਨ ਦੇ ਦਿੱਤਾ ਹੁਣ ਮੈਨੂੰ। ਆ ਦੁਨਿਆਵੀ ਧਨ ਨਹੀਂ, ਮੈਨੂੰ ਉਹਨੇ ਗੁਣਾਂ ਦਾ ਧਨ ਦੇ ਦਿੱਤਾ, ਸੰਤੋਖ ਦੇ ਦਿੱਤਾ। ਇਹ ਧਨ ਕਦੇ ਖਤਮ ਹੀ ਨਹੀਂ ਹੁੰਦਾ। ਸੰਤੋਖ ਨੂੰ ਮੈਂ ਜਿੰਨਾ ਮਰਜ਼ੀ ਵਰਤੀ ਜਾਵਾਂ, ਜਿੱਥੇ ਮਰਜ਼ੀ ਵਰਤਾਂ, ਇਹ ਮੁੱਕਦਾ ਹੀ ਨਹੀਂ। ਹੁਣ ਆਨੰਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ। ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤਾਂ ਆਤਮਿਕ ਅਡੋਲਤਾ ਆ ਗਈ, ਸੁੱਖ ਹੀ ਸੁੱਖ ਆ ਗਏ। ਬਸ ਪਹਿਲਾਂ ਭੁੱਖ ਸੀ, ਮਨ ਭੜਕਦਾ ਸੀ, ਪਤਾ ਨਹੀਂ ਕਿੱਥੇ ਕਿੱਥੇ, ਭੁੱਖ ਹੀ ਨਹੀਂ ਮੁੱਕਦੀ ਸੀ, ਹਮੇਸ਼ਾ ਲਾਲਸਾ ਮਰਨ ਤੱਕ ਸੀ। ਹੁਣ ਬਸ ਸੁੱਖ ਹੀ ਸੁੱਖ ਨੇ, ਭੁੱਖਾਂ ਹੀ ਖਤਮ ਹੋ ਗਈਆਂ। ਮਨ ਨਾਮ ਜਪ ਨਾਮ ਆਰਾਧ, ਅਣ ਦਿਨ ਨਾਮ ਬਖਾਣੀ। ਹੇ ਮਨ, ਤੂੰ ਵੀ ਉਸ ਨਾਮ ਦੇ ਵਿੱਚ ਜੁੜ, ਜਿਹੜਾ ਗੁਣਾ ਭਰਪੂਰ ਪਰਮਾਤਮਾ, ਉਹਦੇ ਨਾਮ ਦੇ ਵਿੱਚ ਜੁੜ। ਗੁਣ ਆ ਗਏ ਨੇ, ਤੇਰਾ ਵੀ ਜੀਵਨ ਸੁੱਖਾਂ ਦੇ ਨਾਲ ਬਤੀਤ ਹੋ ਜਾਣਾ ਹੈ। ਤੇ ਗੁਰਦੇਵ ਜੀ ਕਹਿੰਦੇ ਉਪਦੇਸ਼ ਸੁਣ ਸਾਧ ਸੰਤਨ ਕਾ। ਤੇ ਨਾਮ ਮਿਲਣਾ ਕਿੱਥੋਂ ਹੈ? ਗੁਰੂ ਦਾ, ਸਾਧ ਸੰਤਨ ਦਾ। ਗੁਰੂ ਦਾ ਉਪਦੇਸ਼ ਸੁਣ ਤਾਂ ਸਭ ਚੂਕੀ ਕਾਣ ਜਮਾਣੀ, ਸਾਰੇ ਜਮਾਂ ਦੀ ਫਾਹੀ ਨਿਕਲ ਜਾਣੀ ਹੈ ਤੇਰੀ। ਸਾਰੇ ਦੁੱਖ ਦੂਰ ਹੋ ਜਾਣਗੇ, ਕਲੇਸ਼ ਦੂਰ ਹੋ ਜਾਣਗੇ। ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੂਕੀ ਕਾਣ ਜਮਾਣੀ। ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਤੇ ਜਿਹਨੇ ਉਪਦੇਸ਼ ਸੁਣਨਾ ਸ਼ੁਰੂ ਕਰ ਦਿੱਤਾ, ਕਿਰਪਾ ਵੀ ਉਹ 'ਤੇ ਹੁੰਦੀ ਹੈ, ਅਤੇ ਉਹੀ ਫਿਰ ਗੁਰੂ ਦੀ ਬਾਣੀ ਵਿੱਚ ਲੱਗਦੇ ਨੇ। ਉਹਨਾਂ ਨੂੰ ਚੰਗੀ ਲੱਗ ਜਾਂਦੀ ਹੈ ਬਾਣੀ, ਜਿਹੜੇ ਉਪਦੇਸ਼ ਗੁਰੂ ਦਾ ਧਿਆਨ ਦੇ ਨਾਲ ਸੁਣਦੇ ਨੇ। ਅਤੇ ਸੁਣਨ ਦਾ ਮਤਲਬ ਸਿਰਫ ਕੰਨਾਂ ਤੱਕ ਸੀਮਤ ਨਹੀਂ ਹੈ, ਸੁਣ ਕੇ ਮਨ ਤੱਕ ਜਿਹੜੇ ਲਿਜਾਂਦੇ ਨੇ ਵੀ ਬਚਨ ਸੱਤ ਨੇ। ਕਿਰਪਾ ਉਹਨਾਂ 'ਤੇ ਹੁੰਦੀ ਹੈ। ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ। ਤੇਰੀ ਕੀਮਤ ਹੀ ਨਹੀਂ ਪਾਈ ਜਾ ਸਕਦੀ, ਕਿਉਂਕਿ ਤੂੰ ਸਾਰੇ ਜੀਵਾਂ ਦਾ ਦਇਆ ਕਰਨ ਵਾਲਾ ਹੈ, ਮਿਹਰ ਕਰਨ ਵਾਲਾ ਹੈ। ਸਭ ਕੁਛ ਕੀਤਾ ਤੇਰਾ ਵਰਤਾ, ਕਿਆ ਹਮ ਬਾਲ ਗੋਪਾਲਾ। ਹੇ ਪ੍ਰਭੂ ਜੀ, ਗੋਪਾਲ ਪ੍ਰਭੂ ਜੀ, ਸਭ ਜੀਵਾਂ ਦੀ ਸਾਡੀ ਕੀ ਪਾਇਆ, ਸਭ ਕੁਛ ਤੇਰਾ ਹੀ ਕੀਤਾ ਹੋਇਆ। ਸਭ ਕੁਛ ਜੋ ਵੀ ਕਰ ਰਹੇ, ਜਿਹੜੇ ਵੱਡੇ ਵੱਡੇ ਦਿਸ ਰਹੇ ਨੇ, ਉਹ ਵੀ ਤੇਰੇ ਹੱਥ ਦੇ ਵਿੱਚ ਹੀ ਨੇ, ਕਿਸੇ ਦਾ ਕੋਈ ਜ਼ੋਰ ਨਹੀਂ ਹੈ ਤੇਰੇ ਅੱਗੇ। ਬਸ ਇਹ ਭੁਲੇਖਾ ਸਾਡੀ ਵੀ ਸੁਰਤ 'ਚੋਂ ਨਿਕਲ ਜਾਵੇ ਨੇ, ਤਾਂ ਸਾਡੇ ਵੀ ਜਿੰਨੇ ਬਣੇ ਬੈਠੇ ਨੇ ਨਾ, ਅਸੀਂ ਜਿਨ੍ਹਾਂ ਨਾਲ ਜੁੜੇ ਹਾਂ, ਸਾਰਿਆਂ ਦੇ ਭੁਲੇਖੇ ਨਿਕਲ ਜਾਣਗੇ। ਰਾਖ ਲਿਹੋ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ। ਹੇ ਸਤਿਗੁਰੂ, ਹੇ ਗੁਰੂ ਜੀ, ਮੈਨੂੰ ਵੀ ਰੱਖ ਲਵੋ ਆਪਣੇ ਪੁੱਤਰਾਂ ਦੀ ਤਰ੍ਹਾਂ, ਜਿਵੇਂ ਪਿਓ ਪੁੱਤ ਨੂੰ ਪਾਲਦੇ ਨੇ, ਐਂ ਰੱਖ ਲਓ। ਅਤੇ ਆਪਾਂ ਗੱਲ ਸ਼ੁਰੂ ਕੀਤੀ ਸੀ, ਜੇ ਅਸੀਂ ਲਾਇਕ ਪੁੱਤਰ ਬਣਾਂਗੇ ਤਾਂ ਗੁਰੂ ਨੇ ਸਾਨੂੰ ਰੱਖਣਾ ਤਾਂ ਹੈ। ਜੇ ਮੁਹਤਾਜੀ ਕਿਸੇ ਹੋਰ ਦੀ ਕਰਦੇ ਰਹੇ, ਪਿਓ ਹੀ ਕੋਈ ਹੋਰ ਬਣਾ ਲਿਆ, ਤਾਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਕਦੇ ਬਣ ਸਕਦੇ, ਉਸ ਨਿਰੰਕਾਰ ਦੇ ਕਦੇ ਨਹੀਂ ਹੋ ਸਕਦੇ। ਇਸ ਕਰਕੇ ਲਾਇਕ ਅਸੀਂ ਬਣੀਏ। ਪਿਓ ਤਾਂ ਸਾਨੂੰ ਗਲਵੱਕੜੀ ਪਾਉਣ ਨੂੰ ਤਿਆਰ ਹੈ। ਹਮ ਤੁਮ ਮਾਤ ਪਿਤਾ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਜਿੱਦਣ ਇਹਨੂੰ ਸੱਚੇ ਨੂੰ ਪਿਓ ਮੰਨ ਲਿਆ ਨਾ, ਸੁੱਖ ਹੀ ਸੁੱਖ ਨੇ। ਸਤਿਗੁਰੂ ਰਹਿਮਤ ਕਰਨ, ਗੁਰਬਾਣੀ ਦੀਆਂ ਪਾਵਨ ਵਿਚਾਰਾਂ ਨੂੰ ਸਮਝਦਿਆਂ ਬੋਲਦਿਆਂ ਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।